Hello everyone, this lecture is for +1 medical and non-medical class। पिछले ਲੈਕਚਰ ਦੇ ਵਿੱਚ ਆਪਾਂ ਕੁਆਂਟੀਟੀਜ਼ ਬਾਰੇ ਸਟੱਡੀ ਕੀਤਾ ਸੀ, ਮੈਟਰ ਬਾਰੇ ਆਪਾਂ ਸਟੱਡੀ ਕਰ ਲਿਆ ਸੀ, ਐਲੀਮੈਂਟ ਕੰਪਾਊਂਡ ਬਾਰੇ ਸਟੱਡੀ ਕਰ ਲਿਆ ਸੀ, ਐਟਮਸ ਐਂਡ ਮੋਲੀਕਿਊਲਸ ਬਾਰੇ ਆਪਾਂ ਨੇ ਸਟੱਡੀ ਕਰ ਲਿਆ ਸੀ। ਅੱਜ ਆਪਾਂ ਸਟੱਡੀ ਕਰਾਂਗੇ ਕੁਆਂਟੀਟੇਟਿਵ ਐਨਾਲਿਸਿਸ ਕੀ ਹੁੰਦਾ। ਠੀਕ ਹੈ ਜੀ, ਕੀ ਚੀਜ਼ ਹੈ ਕੁਆਂਟੀਟੇਟਿਵ ਐਨਾਲਿਸਿਸ। ਕੁਆਂਟੀਟੇਟਿਵ ਐਨਾਲਿਸਿਸ ਹੁੰਦਾ ਹੈ, ਦੇਖੋ ਇਹਦੇ ਵਰਡ ਦੇ ਵਿੱਚ ਆ ਰਿਹਾ ਕੁਆਂਟੀ। ਕੁਆਂਟੀ ਮੀਨਸ ਕੁਆਂਟੀਟੀ। ਜਿਹੜਾ ਐਨਾਲਿਸਿਸ ਕਿਸੇ ਵੀ ਸਬਸਟੈਂਸ ਦੀ ਕੁਆਂਟੀਟੀ ਨਾਲ ਡੀਲ ਕਰਦਾ ਹੈ, ਜਾਂ ਜਿਹੜੇ ਐਨਾਲਿਸਿਸ ਦੇ ਵਿੱਚ, ਜਿਹੜੇ ਐਕਸਪੈਰੀਮੈਂਟ ਦੇ ਵਿੱਚ, ਜਿਹੜੇ ਪ੍ਰੈਕਟੀਕਲ ਦੇ ਵਿੱਚ ਆਪਾਂ ਕਿਸੇ ਸਬਸਟੈਂਸ ਦੀ ਕੁਆਂਟੀਟੀ ਮੇਜ਼ਰ ਕਰਦੇ ਹਾਂ, ਉਹਨੂੰ ਆਪਾਂ ਬੋਲਦੇ ਆ ਕੁਆਂਟੀਟੇਟਿਵ ਐਨਾਲਿਸਿਸ। ਇੱਕ ਹੁੰਦਾ ਕੁਆਲਿਟੀਟੇਟਿਵ, ਜਿਹਦੇ ਵਿੱਚ ਆਪਾਂ ਕੁਆਲਿਟੀ ਚੈੱਕ ਕਰਦੇ ਹਾਂ। ਕਿਸੇ ਵੀ ਸਬਸਟੈਂਸ ਦੀ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ, ਉਹ ਕੀ ਆ ਕੁਆਲੀਟੇਟਿਵ ਐਨਾਲਿਸਿਸ। ਇੱਕ ਹੁੰਦਾ ਕੁਆਂਟੀਟੇਟਿਵ ਐਨਾਲਿਸਿਸ, ਜਿਹਦੇ ਵਿੱਚ ਆਪਾਂ ਕੁਆਂਟੀਟੀ ਚੈੱਕ ਕਰਦੇ ਹਾਂ, ਅਮਾਊਂਟ ਚੈੱਕ ਕਰਦੇ ਹਾਂ। ਕੁਆਂਟੀਟੀ ਜਾਣੀ ਕਿ ਅਮਾਊਂਟ ਚੈੱਕ ਕਰਦੇ ਹਾਂ ਕਿੰਨੀ ਹੈ। ਅਮਾਊਂਟ ਕਿਸੇ ਵੀ ਫਿਜ਼ੀਕਲ ਜਾਂ ਕੈਮੀਕਲ ਕੁਆਂਟੀਟੀ ਦੀ ਹੋ ਸਕਦੀ ਹੈ, ਵੋਲੀਅਮ ਦੀ ਹੋ ਸਕਦੀ ਹੈ, ਮਾਸ ਦੀ ਕੁਆਂਟੀਟੀ ਹੋ ਸਕਦੀ ਹੈ, ਡੈਂਸਿਟੀ ਦੀ ਕੁਆਂਟੀਟੀ ਹੋ ਸਕਦੀ ਹੈ। ਇੱਦਾਂ ਕਰਕੇ ਮੀਨਸ ਕੁਆਂਟੀਟੇਟਿਵ ਐਨਾਲਿਸਿਸ ਕੀ ਹੈ, ਅਗਰ ਆਪਾਂ ਕੁਆਂਟੀਟੀ ਮੇਜ਼ਰ ਕਰਦੇ ਹਾਂ, ਕੁਆਂਟੀਟੀ ਮੇਜ਼ਰ ਕਰਦੇ ਹਾਂ ਕਿਸੇ ਵੀ ਸਬਸਟੈਂਸ ਦੀ। ਠੀਕ ਹੈ ਜੀ, ਤਾਂ ਕੁਆਂਟੀਟੇਟਿਵ ਐਨਾਲਿਸਿਸ ਹੋ ਗਿਆ ਵਿਚ ਡੀਲਸ ਵਿਦ ਦ ਕੁਆਂਟੀਟੀ ਆਫ ਅ ਸਬਸਟੈਂਸ। ਠੀਕ ਹੈ, ਕੁਆਂਟੀਟੀ ਆਫ ਐਨੀ ਫਿਜ਼ੀਕਲ ਔਰ ਕੈਮੀਕਲ ਪ੍ਰੋਪਰਟੀ। ਠੀਕ ਹੈ, ਇਹ ਹੋ ਗਿਆ ਕੁਆਂਟੀਟੇਟਿਵ ਐਨਾਲਿਸਿਸ। ਹੁਣ ਕੋਈ ਵੀ ਤੁਸੀਂ ਕੁਆਂਟੀਟੇਟਿਵ ਐਨਾਲਿਸਿਸ ਕਰਦੇ ਹੋ ਤਾਂ ਉਹਦੇ ਵਿੱਚ ਦੋ ਟਰਮਸ ਨੇਗੀਆਂ ਜਿਹੜੀਆਂ ਆਪਾਂ ਯੂਜ਼ ਕਰਦੇ ਹਾਂ। ਫਸਟ ਟਰਮ ਹੈ ਨੂਮੈਰੀਕਲ ਵੈਲਿਊ। ਫਸਟ ਟਰਮ ਇਜ਼ ਨੂਮੈਰੀਕਲ ਵੈਲਿਊ, ਸੈਕੰਡ ਟਰਮ ਇਜ਼ ਯੂਨਿਟ। ਮੀਨਸ ਆਪਾਂ ਇਹ ਦੋ ਚੀਜ਼ਾਂ ਨੂੰ ਨੋਟ ਕਰਦੇ ਹਾਂ ਜਦੋਂ ਵੀ ਕਿਸੇ ਕੁਆਂਟੀਟੇਟਿਵ ਐਨਾਲਿਸਿਸ ਨੂੰ ਪਰਫਾਰਮ ਕਰਦੇ ਹਾਂ। ਫੋਰ ਐਗਜ਼ਾਮਪਲ ਤੁਸੀਂ ਲਿਖਿਆ ਵੇਟ ਆਫ ਸਬਸਟੈਂਸ ਇਜ਼ 40 ਕਿਲੋਗ੍ਰਾਮ। ਤਾਂ ਇਹ 'ਚ ਜਿਹੜਾ 40 ਹੈ ਇਹ ਕੀ ਹੈ ਨੂਮੈਰੀਕਲ ਵੈਲਿਊ, ਜਿਹੜਾ ਕਿਲੋਗ੍ਰਾਮ ਇਹ ਕੀ ਹੈ ਯੂਨਿਟ। ਇਟ ਮੀਨਸ ਆਪਾਂ ਨੂੰ ਇਹ ਦੋ ਚੀਜ਼ਾਂ ਦੀ ਜ਼ਰੂਰਤ ਹੈ ਜਦੋਂ ਵੀ ਆਪਾਂ ਕੁਆਂਟੀਟੇਟਿਵ ਐਨਾਲਿਸਿਸ ਪਰਫਾਰਮ ਕਰਨਾ। ਕੋਈ ਹੋਰ ਚੀਜ਼ ਕਰ ਲੈਂਦੇ ਹਾਂ, ਅਗਰ ਆਪਾਂ ਵੋਲੀਅਮ ਦੀ ਗੱਲ ਕਰੀਏ, ਵੋਲੀਅਮ ਕਿਸੇ ਸਬਸਟੈਂਸ ਦਾ 30 ਲੀਟਰ ਹੈ। ਇਹ ਲੀਟਰ ਕੀ ਹੋ ਗਿਆ ਯੂਨਿਟ, 30 ਕੀ ਹੋ ਗਿਆ ਨੂਮੈਰੀਕਲ ਵੈਲਿਊ। ਠੀਕ ਹੈ, ਇਟ ਮੀਨਸ ਆਪਾਂ ਨੂੰ ਇਹ ਦੋ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਜਿਹੜਾ ਵੀ ਕੁਆਂਟੀਟੇਟਿਵ ਐਨਾਲਿਸਿਸ ਹੈ ਉਹ ਪਰਫਾਰਮ ਕਰਨਾ ਪਏਗਾ। ਠੀਕ ਹੈ ਜੀ, ਨੂਮੈਰੀਕਲ ਵੈਲਿਊ ਐਂਡ ਯੂਨਿਟਸ, ਇਹ ਦੋ ਚੀਜ਼ਾਂ ਆਪਣੇ ਲਈ ਇੰਪੋਰਟੈਂਟ ਨੇ ਅਗਰ ਆਪਾਂ ਕੁਆਂਟੀਟੇਟਿਵ ਐਨਾਲਿਸਿਸ ਪਰਫਾਰਮ ਕਰਦੇ ਹਾਂ। ਠੀਕ ਹੈ ਜੀ, ਨਾਓ ਨੈਕਸਟ ਨੂਮੈਰੀਕਲ ਵੈਲਿਊ ਤਾਂ ਆਪਾਂ ਨੂੰ ਪਤਾ ਲੱਗਦਾ, ਚਲੋ ਆਪਾਂ ਪ੍ਰੈਕਟੀਕਲ ਪਰਫਾਰਮ ਕਰਦੇ ਹਾਂ, ਆਪਾਂ ਨੂੰ ਪਤਾ ਲੱਗ ਜਾਏਗਾ ਨੂਮੈਰੀਕਲ ਵੈਲਿਊ ਕਿਸੇ ਵੀ ਪ੍ਰੈਕਟੀਕਲ ਦੀ ਕਿੰਨੀ ਆ ਰਹੀ ਹੈ, ਕਿਸੇ ਵੀ ਕੁਆਂਟੀਟੀ ਦੀ ਕਿੰਨੀ ਆ ਰਹੀ ਹੈ। ਬਟ ਪ੍ਰੋਬਲਮ ਅਰਾਈਜ਼ ਹੁੰਦੀ ਹੈ ਅਗਰ ਆਪਾਂ ਯੂਨਿਟਸ ਦੀ ਗੱਲ ਕਰਦੇ ਹਾਂ। ਜਿਵੇਂ ਆਪਾਂ ਮਾਸ ਨੂੰ ਜਾਂ ਵੇਟ ਨੂੰ ਕੈਲਕੂਲੇਟ ਕਰਨਾ ਹੈ, ਮੇਜ਼ਰ ਕਰਨਾ ਹੈ, ਉਹਦੀਆਂ ਯੂਨਿਟਸ ਆਪਾਂ ਕਿਲੋਗ੍ਰਾਮ ਵੀ ਲੈ ਕੇ ਚੱਲ ਸਕਦੇ ਹਾਂ, ਗ੍ਰਾਮ ਵੀ ਲੈ ਕੇ ਚੱਲ ਸਕਦੇ ਹਾਂ, ਮਾਈਕਰੋਗ੍ਰਾਮ ਵੀ ਲੈ ਕੇ ਚੱਲ ਸਕਦੇ ਹਾਂ, ਨੈਨੋਗ੍ਰਾਮ ਐਂਡ ਸੋ ਔਨ। ਇਟ ਮੀਨਸ ਇੱਕੋ ਕੁਆਂਟੀਟੀ ਦੀਆਂ ਇੰਨੀਆਂ ਸਾਰੀਆਂ ਯੂਨਿਟਸ ਨੇ, ਤਾਂ ਆਪਾਂ ਨੂੰ ਕੀ ਪਤਾ ਲੱਗੇਗਾ ਆਪਾਂ ਕਿਹੜੀ ਕੁਆਂਟੀਟੀ ਜਾਂ ਕਿਹੜੀ ਯੂਨਿਟ ਆਪਾਂ ਯੂਜ਼ ਕਰੀਏ। ਤਾਂ ਜਿਹੜੇ ਯੂਨਿਟਸ ਨੂੰ ਲਿਖਣ ਦੇ ਸਿਸਟਮਸ ਨੇ, ਆਪਾਂ ਪਹਿਲਾਂ ਉਹਨਾਂ ਨੂੰ ਪੜ੍ਹ ਲਈਏ ਕਿ ਕਿੰਨੇ ਸਿਸਟਮ ਨੇ ਯੂਨਿਟਸ ਨੂੰ ਲਿਖਣ ਦੇ। ਠੀਕ ਹੈ, ਸਿਸਟਮ ਆਫ ਯੂਨਿਟਸ, ਸਿਸਟਮ ਆਫ ਯੂਨਿਟਸ ਟੋਟਲ 3 ਸਿਸਟਮ ਨੇ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਨੇ। CGS, FPS ਐਂਡ SI। CGS ਦਾ ਮੀਨਿੰਗ ਕੀ ਹੈ? C ਮੀਨਸ ਸੈਂਟੀਮੀਟਰ, G ਮੀਨਸ ਗ੍ਰਾਮ, S ਮੀਨਸ ਸੈਕਿੰਡ। FPS ਦਾ ਫੁੱਟ, ਪਾਊਂਡ, ਸੈਕਿੰਡ। SI ਸਟੈਂਡਰਡ ਇੰਟਰਨੈਸ਼ਨਲ, ਇਹਦੇ ਵਿੱਚ ਮੀਟਰ, ਕਿਲੋਗ੍ਰਾਮ, ਸੈਕਿੰਡ। ਹੁਣ ਇਹ ਹੈ ਕੀ ਹੈ? ਇਹ ਹੈਗਾ ਡਿਸਟੈਂਸ। ਅਗਰ ਆਪਾਂ ਡਿਸਟੈਂਸ ਨੂੰ ਕੈਲਕੂਲੇਟ ਕਰਨਾ ਹੈ ਤਾਂ CGS ਸਿਸਟਮ ਦੇ ਵਿੱਚ ਸੈਂਟੀਮੀਟਰ ਯੂਜ਼ ਕਰਾਂਗੇ, FPS ਦੇ ਵਿੱਚ ਫੁੱਟ ਯੂਜ਼ ਕਰਾਂਗੇ, SI ਦੇ ਵਿੱਚ ਮੀਟਰ ਯੂਜ਼ ਕਰਾਂਗੇ। ਇਹ ਹੈਗਾ ਮਾਸ। ਅਗਰ ਆਪਾਂ ਮਾਸ ਨੂੰ ਯੂਨਿਟ ਦੇਣੀ ਆ, CGS ਦੇ ਵਿੱਚ ਗ੍ਰਾਮ, FPS ਦੇ ਵਿੱਚ ਪਾਊਂਡ, SI ਦੇ ਵਿੱਚ ਕਿਲੋਗ੍ਰਾਮ। ਅਗਰ ਆਪਾਂ ਟਾਈਮ ਨੂੰ ਯੂਨਿਟ ਪ੍ਰੋਵਾਈਡ ਕਰਨੀ ਹੈ, ਤਿੰਨੋਂ ਸਿਸਟਮਾਂ ਦੇ ਵਿੱਚ ਸੈਕਿੰਡ ਹੀ ਰਹਿਣੀ ਹੈ, ਸੈਕਿੰਡ। ਠੀਕ ਹੈ ਜੀ, ਸੈਕਿੰਡ। ਨਾ
CGS FPS स्टैंडर्ड इंटरनेशनल ये दोनों लोकल यूनिट्स ने, लोकली यूज़ कीतियां जांदियां ने, बट अगर इंटरनेशनल लैवल ते यूज़ की जाती यूनिट है वो हैगी है SI। मीनस आपां ये वाली यूनिट आपां यूज़ करांगे कोई भी न्यूमेरिकल परफॉर्म करना है, कोई भी प्रैक्टिकल परफॉर्म करना है, अगर आप यूनिट्स लिखांगे तो SI सिस्टम के अकॉर्डिंगली यूनिट्स नूं राइट करांगे। ठीक है जी। इस तो बाद अगे आप SI सिस्टम के बोलता कि डिस्टेंस नूं मीटर दे विच, मास नूं किलोग्राम दे विच, टाइम नूं सैकेंड दे विच कन्वर्ट करांगे, सॉरी यूनिट्स यूज़ करांगे। जिहड़ियां बाकी क्वांटिटीज़ ने उन्हां लई आपां किहड़ियां यूनिट्स यूज़ करांगे, आपां SI सिस्टम नूं वो डिटेल च स्टडी करते हैं। ठीक है जी। नाउ SI सिस्टम ऑफ यूनिट्स दे विच फिजिकल क्वांटिटी, इस तो बाद फिजिकल क्वांटिटी का सिंबल, फिजिकल क्वांटिटी का सिंबल, फिर यूनिट किहड़ी यूज़ करनी है, इस तो बाद सिंबल ऑफ यूनिट, सिंबल ऑफ यूनिट, यूनिट का किहड़ा सिंबल आप यूज़ करना है। पहली क्वांटिटी अपनी लेंथ, अगर आप लेंथ नूं मेजर करांगे, लेंथ का पहला सिंबल आप स्मॉल L यूज़ करांगे। यदि जी यूनिट है वो आएगी अपने को मीटर, लेंथ की यूनिट की आ जाएगी मीटर। ठीक है जी। इसका सिंबल की आ जाएगा स्मॉल m। नैक्सट आ गया अपने को मास, मास नूं आपां स्मॉल m दे नाल राइट करते हैं। यदि यूनिट हैगी है किलोग्राम, किलोग्राम मीनस पूरा लिख देंगे इत्थे आपां किलोग्राम, किलोग्राम इत्थे लिख देंगे कला kg, kg आपां यूज़ करते। ठीक है जी। मास तो बाद आ गया टाइम, टाइम की यूनिट स्मॉल, सॉरी टाइम का सिंबल स्मॉल t है। यदि यूनिट हैगी है कैलविन, सॉरी सैकेंड यूज़ करांगे, कैलविन फॉर टैंपरेचर है सैकेंड, तो इतने स्मॉल s लिख देंगे, सैकेंड इतने पूरा पा ले जाए। इस बाद आ गया अपने को इलैक्ट्रिक करंट, इलैक्ट्रिक करंट नूं आपां I नाल जिहड़ा हैगा सिंबलाइज करते हैं। यदि यूनिट हैगी है एंपीयर, एंपीयर, एंपीयर यदि यूनिट है, ਇਹਦਾ सिंबल। करंट तो बाद आ गया टैंपरेचर, टैंपरेचर नूं आपां कैपीटल T दे नाल लिखते हैं। यदि यूनिट जिहड़ी हैगी वो हैगी कैलविन, कैपीटल K दे नाल आपां इहनूं सिंबलाइज करते। इस बाद आ गया अमाउंट ऑफ सबसटांस, अमाउंट ऑफ सबसटांस, इहनूं आपां लिखते हैं अमाउंट नूं N दे नाल, इनू आप क्वांटिटी वाइज यूनिट देने मोल, MOL दे नाल इनू आप राइट करते हैं। अगे आ गया ल्यूमिनस, ल्यूमिनस इंटेंसिटी, ल्यूमिनस इंटेंसिटी जिन्हों IV दे नाल लिखा जाता है। यदि यूनिट जिहड़ी हैगी वो कैंडल है, एंड इनू CD दे नाल आपां सिंबल की फॉर्म च लिखते हैं। ठीक है जी। तो हो गया फिजिकल क्वांटिटीज़, ये उन्होंने सिंबल्स, ये उन्होंने यूनिट्स, ये सिंबल दियाँ सॉरी यूनिट दियाँ सिंबल्स। ठीक है जी। तो ये चीज़ां ने जिहड़ियां, ये क्वांटिटीज़ ने जिहड़ियां जिन्हां दी आपां ये वाले सिंबल यूज़ करांगे, ये वाली यूनिट्स यूज़ करांगे। ठीक है जी। नाउ नैक्सट हुण आपां पढ़दे हां जिहड़ियां ये चीज़ां लिखियां ने, मास की हुंदा है, वेट की हुंदा है, लेंथ की हुंदी है जां वॉल्यूम की हुंदा है, ये आपां सारियां चीज़ां वन बाय वन स्टडी करते हैं। Now first है mass, mass of a substance, first is mass, mass ਨੂੰ ਪੰਜਾਬੀ ਚ ਆਪਾਂ ਪੁੰਜ ਕਹਿ ਦਿੰਦੇ ਆ mass, mass ਕੀ ਹੈ, mass is a quantity, TITY, quantity of matter present in any object, किसी भी ऑब्जैक्ट के विच किन्नी क्वांटिटी के मैटर प्रेजेंट है उन्होंने आप की बोल देंगे, मास बोल देंगे। ग्रैविटी तो बिना अपना जिहड़ा वेट बन गया वो एक तरह का मास ही है। अगर आप ग्रैविटी हटा दी किसी भी प्लैनेट की, अगर आप उस तो बाद वेट देखना वो एक तरह का मास है। ठीक है जी। मास ते वेट के विच डिफरेंस है। तो क्वांटिटी ऑफ मैटर, किन्नी क्वांटिटी के मैटर किसी ऑब्जैक्ट के प्रेजेंट है उन्होंने आप मास बोल देंगे।
ਜਿਹੜਾ ਮਾਸ ਹੈ, ਮਾਸ इज़ ए कांस्टेंट क्वांटिटी, मास इज़ ए कांस्टेंट क्वांटिटी मीनस कांस्टेंट क्वांटिटी सॉरी। ਇਹਦਾ मतलब ਕੀ ਹੈ ਕਿ ਅਗਰ ਤੁਸੀਂ ਆਪਣੇ ਮਾਸ ਨੂੰ ਇੱਥੇ ਅਰਥ ਤੇ ਨੋਟ ਕਰਦੇ ਹੋ, ਸੇਮ ਹੀ ਮੂਨ ਤੇ ਜਾ ਕੇ ਨੋਟ ਕਰਦੇ ਹੋ, ਤਾਂ ਤੁਹਾਡਾ ਮਾਸ ਦੇ ਵਿੱਚ ਕੋਈ ਫਰਕ ਨਹੀਂ ਆਊਗਾ, ਇਹ ਕਾਂਸਟੈਂਟ ਰਹੂਗਾ। ਮੀਨਸ ਜਿਹੜਾ ਮਾਸ ਹੈ, ਮਾਸ ਇਜ਼ ਇੰਡੀਪੈਂਡੈਂਟ ਆਫ ਗ੍ਰੈਵਿਟੀ। ਗ੍ਰੈਵਿਟੀ ਦੇ ਇੰਡੀਪੈਂਡੈਂਟ ਹੈ, ਗ੍ਰੈਵਿਟੀ ਤੇ ਇਹ ਡਿਪੈਂਡ ਨਹੀਂ ਕਰਦਾ। ਗ੍ਰੈਵਿਟੀ ਵੇਰੀ ਕਰੂਗੀ ਤਾਂ ਵੀ ਇਹ ਕਾਂਸਟੈਂਟ ਰਹੂਗਾ। ਕਲੀਅਰ? ਇਹ ਹੋ ਗਿਆ ਮਾਸ। ਮਾਸ ਨੂੰ ਡਿਨੋਟ ਕੀਤਾ ਜਾਂਦਾ ਹੈ ਸਮਾਲ m ਦੇ ਨਾਲ। ਮਾਸ ਦੀ ਜਿਹੜੀ ਯੂਨਿਟ ਹੈ ਉਹ ਹੈਗੀ ਆ ਕਿਲੋਗ੍ਰਾਮ, ਹੁਣੀ ਆਪਾਂ ਨੇ ਦੱਸਿਆ ਕਿਲੋਗ੍ਰਾਮ। ਨਾ ਮਾਸ ਨੂੰ ਮੇਜ਼ਰ ਕਿਵੇਂ ਕਰਦੇ ਆ? ਲੈਬ ਦੇ ਵਿੱਚ ਆਪਣੇ ਕੋਲੇ ਐਨਾਲਿਟੀਕਲ ਬੈਲੈਂਸ ਵੀ ਹੁੰਦਾ ਹੈ, ਐਕੂਰੇਟਲੀ ਮਾਸ ਨੂੰ ਮੇਜ਼ਰ ਕਰਨ ਦੇ ਲਈ। ਇਲੈਕਟ੍ਰੀਕਲ ਬੈਲੈਂਸ ਵੀ ਅੱਜ ਕੱਲ੍ਹ ਆਉਣ ਲੱਗ ਗਏ ਆ ਮਾਸ ਨੂੰ ਮੇਜ਼ਰ ਕਰਨ ਦੇ ਲਈ, ਠੀਕ ਹੈ। ਤਾਂ ਆਪਾਂ ਦੋਨਾਂ 'ਚੋਂ ਕੋਈ ਵੀ ਯੂਜ਼ ਕਰ ਸਕਦੇ ਹਾਂ। ਸੈਕਿੰਡ ਆ ਗਿਆ ਵੇਟ। ਵੇਟ ਕੀ ਹੈ? ਵੇਟ ਇਜ਼ ਫੋਰਸ exerted on any object by gravity of planet। ਗ੍ਰੈਵਿਟੀ ਦਾ ਕਰਕੇ ਕਿਸੇ ਵੀ ਆਬਜੈਕਟ ਦੇ ਉੱਪਰ ਕਿਹੜੀ ਫੋਰਸ ਲੱਗ ਰਹੀ ਹੈ, ਉਹ ਫੋਰਸ ਨੂੰ ਆਪਾਂ ਵੇਟ ਕਹਿ ਦਿੰਦੇ ਆ। ਇਹ ਕੀ ਹੈ? ਕੁਆਂਟੀਟੀ ਆਫ ਮੈਟਰ। ਇਹ ਕੀ ਹੈ? ਇੱਕ ਤਰ੍ਹਾਂ ਦੀ ਫੋਰਸ ਹੈ, ਠੀਕ ਹੈ ਜੀ। ਕੁਆਂਟੀਟੀ ਆਫ ਮੈਟਰ ਐਂਡ ਫੋਰਸ, ਦੋਨਾਂ 'ਚ ਇਹ ਫਰਕ ਹੈ। ਜਿਵੇਂ ਅਰਥ ਦੀ ਗ੍ਰੈਵਿਟੀ ਹੈ, ਆਪਾਂ ਨੂੰ ਆਪਣੇ ਸੈਂਟਰ ਵੱਲ ਪੁੱਲ ਕਰਦੀ ਆ ਉਹ, ਠੀਕ ਹੈ, ਖਿੱਚਦੀ ਹੈ। ਇਟ ਮੀਨਸ ਅਰਥ ਆਪਣੇ ਦੇ ਉੱਪਰ ਫੋਰਸ ਲਗਾ ਰਹੀ ਆ। ਕਿੰਨੀ ਫੋਰਸ ਲਗਾ ਰਹੀ ਆ? ਉਹ ਕੀ ਬਣ ਗਿਆ? ਵੇਟ। ਅਗਰ ਆਪਾਂ ਬੈਲੈਂਸ ਦੇ ਉੱਪਰ ਆਪਣਾ ਵੇਟ ਨੋਟ ਕਰਦੇ ਆ, ਉਹ ਗ੍ਰੈਵਿਟੀ ਦਾ ਕਰਕੇ ਵੀ ਵੇਟ ਆ ਰਿਹਾ ਹੁੰਦਾ, ਠੀਕ ਹੈ। ਤਾਂ ਵੇਟ ਕੀ ਹੈ? ਫੋਰਸ ਐਗਜ਼ਰਟਡ ਔਨ ਐਨੀ ਸਬਸਟੈਂਸ ਔਰ ਐਨੀ ਆਬਜੈਕਟ ਬਾਈ ਗ੍ਰੈਵਿਟੀ। ਗ੍ਰੈਵਿਟੀ ਦਾ ਕਰਕੇ ਕਿੰਨੀ ਫੋਰਸ ਲੱਗ ਰਹੀ ਹੈ ਕਿਸੇ ਵੀ ਆਬਜੈਕਟ ਦੇ ਉੱਪਰ, ਉਹ ਆਪਣਾ ਵੇਟ ਬਣ ਗਿਆ। ਜਿਹੜਾ ਵੇਟ ਹੈ, ਵੇਟ ਇਜ਼ ਏ ਵੇਰੀਏਬਲ ਕੁਆਂਟਿਟੀ। ਵੇਟ ਇਜ਼ ਏ ਵੇਰੀਏਬਲ ਕੁਆਂਟਿਟੀ। ਇਹਦਾ ਮਤਲਬ ਕੀ ਹੈ? ਜਿਹੜੀ ਵੇਟ ਦੀ ਕੁਆਂਟਿਟੀ ਹੈ ਜਾਂ ਵੇਟ ਹੈ ਜਿਹੜਾ, ਉਹ ਵੇਰੀਏਬਲ ਹੈ। ਮੀਨਸ ਇਹ ਡਿਪੈਂਡ ਕਰਦਾ ਗ੍ਰੈਵਿਟੀ ਦੇ ਉੱਪਰ। ਅਗਰ ਗ੍ਰੈਵਿਟੀ ਵੇਰੀ ਕਰੂਗੀ ਤਾਂ ਇਹ ਵੀ ਵੇਰੀ ਕਰੂਗਾ, ਨੈਚੁਰਲੀ ਗੱਲ ਹੈ। ਅਗਰ ਆਪਾਂ ਅਰਥ ਦੇ ਉੱਪਰ ਆਪਾਂ ਵੇਟ ਨੋਟ ਕਰਦੇ ਹਾਂ ਆਪਣਾ, ਸੇਮ ਹੀ ਮੂਨ ਦੇ ਉੱਪਰ ਕਰਦੇ ਹਾਂ, ਤਾਂ ਉਹ ਵੇਟ ਦੇ ਵਿੱਚ ਡਿਫਰੈਂਸ ਆਊਗਾ। ਕਿਉਂ? ਬਿਕੋਜ਼ ਜਿਹੜੀ ਅਰਥ ਦੀ ਗ੍ਰੈਵਿਟੀ ਹੈ ਉਹ ਜ਼ਿਆਦਾ ਹੈ, ਮੂਨ ਦੀ ਗ੍ਰੈਵਿਟੀ ਘੱਟ ਹੈ। 1/6 ਟਾਈਮ ਹੈ ਜਿਹੜੀ ਮੂਨ ਦੀ ਗ੍ਰੈਵਿਟੀ ਹੈ ਅਰਥ ਦੀ ਗ੍ਰੈਵਿਟੀ ਤੋਂ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਇਹ ਲਿਖ ਸਕਦੇ ਹਾਂ, ਇਟ ਡਿਪੈਂਡਸ ਔਨ ਦ ਗ੍ਰੈਵਿਟੀ ਆਫ ਐਨੀ ਪਲੈਨਟ, ਠੀਕ ਹੈ। ਇਟ ਇਜ਼ ਡਿਨੋਟਡ ਬਾਈ W ਔਰ F। F ਮੀਨਸ ਕਿਉਂਕਿ ਫੋਰਸ ਹੈ ਇਹ। ਹੁਣ ਫੋਰਸ ਦੀ ਯੂਨਿਟ ਕੀ ਹੁੰਦੀ ਹੈ? ਨਿਊਟਨ। ਤਾਂ ਸਮਟਾਈਮਸ ਇਹਨੂੰ ਆਪਾਂ ਮੇਜ਼ਰ ਕਰਦੇ ਹਾਂ ਨਿਊਟਨ ਦੀ ਫਾਰਮ 'ਚ, ਬਟ ਕਈ ਵਾਰ ਕਿਲੋਗ੍ਰਾਮ ਦੀ ਫਾਰਮ 'ਚ ਵੀ ਆਪਾਂ ਇਹਨੂੰ ਸਟੱਡੀ ਕਰ ਲੈਂਦੇ ਹਾਂ, ਨੋ ਪ੍ਰੋਬਲਮ। ਬਟ ਅਸਲ ਇਹਦੀ ਯੂਨਿਟ ਕੀ ਹੈ? ਨਿਊਟਨ, ਬਿਕੋਜ਼ ਇਹ ਇੱਕ ਤਰ੍ਹਾਂ ਦੀ ਫੋਰਸ ਹੈ। ਤਾਂ ਮਾਸ ਤੇ ਵੇਟ ਦੇ ਵਿੱਚ ਇਹ ਡਿਫਰੈਂਸ ਹੈ। ਜਿਹੜਾ ਮਾਸ ਹੈ ਉਹ ਕੁਆਂਟਿਟੀ ਆਫ ਮੈਟਰ ਹੈ, ਜਿਹੜਾ ਵੇਟ ਹੈ ਉਹ ਫੋਰਸ ਐਗਜ਼ਰਟਡ ਬਾਈ ਗ੍ਰੈਵਿਟੀ ਹੈ। ਕਿਸੇ ਵੀ ਆਬਜੈਕਟ ਦੇ ਉੱਪਰ ਕਿੰਨੀ ਕੁ ਫੋਰਸ ਲੱਗ ਰਹੀ ਹੈ ਗ੍ਰੈਵਿਟੀ ਦੇ ਦੁਆਰਾ ਕਿਸੇ ਵੀ ਆਬਜੈਕਟ ਦੇ ਉੱਪਰ, ਉਹ ਕੀ ਹੈ? ਵੇਟ ਹੈ, ਠੀਕ ਹੈ ਜੀ। ਨਾਓ ਨੈਕਸਟ ਹੈ ਵੋਲੀਅਮ। Next is volume. Third one is volume. Volume ਨੂੰ ਆਪਾਂ V ਦੇ ਨਾਲ ਡਿਨੋਟ ਕਰ ਸਕਦੇ ਹਾਂ। ਵੋਲੀਅਮ ਨੂੰ ਅਲੱਗ-ਅਲੱਗ ਯੂਨਿਟਸ ਆਪਾਂ ਪ੍ਰੋਵਾਈਡ ਕਰਦੇ ਹਾਂ, ਕਿਉਂਕਿ ਵੋਲੀਅਮ ਸੋਲਿਡ ਦਾ ਵੀ ਫਾਈਂਡ ਆਊਟ ਕਰਨਾ ਪੈਂਦਾ, ਲਿਕੁਇਡ ਦਾ ਵੀ ਤੇ ਗੈਸਸ ਦਾ ਵੀ, ਠੀਕ ਹੈ ਜੀ। ਨਾਓ ਨੈਕਸਟ ਆ ਗਿਆ ਵੋਲੀਅਮ ਹੁੰਦਾ ਕੀ ਹੈ? ਸਪੇਸ occupied by any object। ਕਿਸੇ ਵੀ ਆਬਜੈਕਟ ਦੇ ਦੁਆਰਾ ਕਿੰਨੀ ਕੁ ਸਪੇਸ ਆਕੂਪਾਈਡ ਹੋ ਰਹੀ ਹੈ, ਉਹ ਸਪੇਸ ਨੂੰ ਆਪਾਂ ਕੀ ਬੋਲ ਦਾਂਗੇ? ਵੋਲੀਅਮ। ਅਗਰ ਆਪਣੇ ਕੋਲ ਕੋਈ ਸੋਲਿਡ ਹੈ, ਸੋਲਿਡ ਦਾ ਵੋਲੀਅਮ ਆਪਾਂ ਨੋਟ ਕਰਨਾ ਤਾਂ ਉੱਥੇ ਯੂਨਿਟ ਲਗਾਵਾਂਗੇ ਮੀਟਰ ਕਿਊਬ। ਹੁਣ ਜਿਹੜਾ ਵੀ ਕੋਈ ਸੋਲਿਡ ਹੈਗਾ, ਉਹ ਸੋਲਿਡ ਦੀ ਸ਼ੇਪ ਦੇਖ ਲਓ ਕਿੱਦਾਂ ਦੀ ਹੈ। ਸ਼ੇਪ ਦੇ ਅਕੋਰਡਿੰਗਲੀ ਆਪਾਂ ਉਹਨਾਂ ਦਾ ਵੋਲੀਅਮ ਫਾਈਂਡ ਆਊਟ ਕਰ ਲਾਂਗੇ, ਕਿਉਂਕਿ ਅਲੱਗ-ਅਲੱਗ ਸ਼ੇਪ ਦੇ ਲਈ ਆਪਣੇ ਕੋਲ ਅਲੱਗ-ਅਲੱਗ ਫਾਰਮੂਲਾਜ਼ ਹੈਗੇ ਨੇ। ਜਿਵੇਂ ਸਫੀਅਰ ਦਾ ਵੋਲੀਅਮ ਫਾਈਂਡ ਆਊਟ ਕਰਨਾ 4/3 πr³ ਹੈ। ਇਸ ਤਰ੍ਹਾਂ ਆਪਣੇ ਕੋਲ ਅਲੱਗ-ਅਲੱਗ ਸ਼ੇਪ ਦੇ ਅਲੱਗ-ਅਲੱਗ ਫਾਰਮੂਲੇ ਜਿਹੜੇ ਹੈਗੇ ਨੇ ਮੈਥ ਦੇ ਵਿੱਚ ਆਪਾਂ ਕਰਦੇ ਹਾਂ। ਤਾਂ ਕਿਸੇ ਵੀ ਸੋਲਿਡ ਦਾ ਵੋਲੀਅਮ ਨੋਟ ਕਰਨਾ ਤਾਂ ਉਹਦੀ ਸ਼ੇਪ ਦੇਖ ਲਓ ਕਿੱਦਾਂ ਦੀ ਆ, ਉਹਦੇ 'ਤੇ ਉਸ ਤਰ੍ਹਾਂ ਦਾ ਫਾਰਮੂਲਾ ਤੁਸੀਂ ਲਗਾ ਸਕਦੇ ਹੋ। ਅਗਰ ਕੋਈ ਲਿਕੁਇਡ ਹੈ, ਲਿਕੁਇਡ ਦਾ ਵੋਲੀਅਮ ਨੋਟ ਕਰਨਾ
ਲਿਕੁਇਡ ਦਾ ਵੋਲੀਅਮ ਲੀਟਰ ਔਰ ਮਿਲੀਲੀਟਰ ਦੇ ਵਿੱਚ ਆਪਾਂ ਮੇਜ਼ਰ ਕਰਦੇ ਹਾਂ। ਠੀਕ ਹੈ, ਮਿਲੀਲੀਟਰ ਔਰ 1 ਲੀਟਰ ਇਜ਼ ਇਕੁਅਲ ਟੂ 1000 ਮਿਲੀਲੀਟਰ ਹੁੰਦਾ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। 1 ਲੀਟਰ ਇਜ਼ ਇਕੁਅਲ ਟੂ 1000 ਮਿਲੀਲੀਟਰ। ਨਾ ਇੱਥੇ ਸੈਂਟੀਮੀਟਰ ਕਿਊਬ ਵੀ ਸਮਟਾਈਮਸ ਯੂਜ਼ ਕੀਤਾ ਜਾਂਦਾ ਹੈ ਔਰ ਡੈਸੀਮੀਟਰ ਕਿਊਬ ਵੀ ਸਮਟਾਈਮਸ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਸੋਲਿਡ ਦੀ ਫਾਰਮ ਦੇ ਵਿੱਚ ਅਗਰ ਆਪਾਂ ਕਰਦੇ ਹਾਂ ਸੈਂਟੀਮੀਟਰ ਕਿਊਬ ਔਰ ਡੈਸੀਮੀਟਰ ਕਿਊਬ ਆਪਾਂ ਯੂਜ਼ ਕਰ ਲੈਂਦੇ ਹਾਂ। ਠੀਕ ਹੈ ਜੀ। ਨਾ ਅਗਰ ਆਪਣੇ ਕੋਲੇ 1000 ਸੈਂਟੀਮੀਟਰ ਕਿਊਬ ਹੈ, ਉਹ ਇਕੁਅਲ ਹੋਗਾ 1 ਡੈਸੀਮੀਟਰ ਕਿਊਬ। 1000 ਸੈਂਟੀਮੀਟਰ ਕਿਊਬ ਇਜ਼ ਇਕੁਅਲ ਟੂ 1 ਡੈਸੀਮੀਟਰ ਕਿਊਬ। ਠੀਕ ਹੈ ਜੀ। ਸੋਲਿਡ ਦਾ ਵੋਲੀਅਮ ਕਿਵੇਂ ਨੋਟ ਕਰਾਂਗੇ, ਸ਼ੇਪ ਚੈੱਕ ਕਰ ਲਾਂਗੇ, ਉਹਦੇ ਅਕੋਰਡਿੰਗਲੀ ਉੱਤੇ ਫਾਰਮੂਲਾ ਲਗਾ ਦਾਂਗੇ, ਯੂਨਿਟ ਸੇਮ ਵਾਲੀਆਂ ਯੂਜ਼ ਕਰਾਂਗੇ। ਲਿਕੁਇਡ ਦਾ ਵੋਲੀਅਮ ਲੀਟਰ ਜਾਂ ਮਿਲੀਲੀਟਰ ਦੇ ਵਿੱਚ ਆਪਾਂ ਕਾਊਂਟ ਕਰ ਲਾਂਗੇ। ਇਹਨੂੰ ਮੇਜ਼ਰ ਕਿਵੇਂ ਕਰਾਂਗੇ ਆਪਾਂ, ਇਹ ਤਾਂ ਇਹਦੀਆਂ ਯੂਨਿਟਸ ਨੇ। ਮੇਜ਼ਰ ਕਿਵੇਂ ਕਰਾਂਗੇ, ਬਾਈ ਯੂਜ਼ਿੰਗ ਸਿਲੰਡਰਸ। ਆਪਣੇ ਕੋਲੇ ਸਿਲੰਡਰਸ ਹੈਗੇ ਨੇ, ਉਹਦੇ ਨਾਲ ਨੋਟ ਕਰ ਸਕਦੇ ਹਾਂ। ਬਿਊਰੇਟ ਹੈਗੀ, ਉਹਦੇ ਨਾਲ ਨੋਟ ਕਰ ਸਕਦੇ ਹਾਂ। ਪਿਪੇਟ ਹੈਗੀ, ਉਹਦੇ ਨਾਲ ਨੋਟ ਕਰ ਸਕਦੇ ਹਾਂ। ਇੱਕ ਇਸ ਤੋਂ ਬਾਅਦ ਚੀਜ਼ ਰਹਿ ਗਈ ਮੇਜ਼ਰਿੰਗ ਫਲਾਸਕ। ਮੇਜ਼ਰਿੰਗ ਫਲਾਸਕ ਯੂਜ਼ ਕਰਕੇ ਆਪਾਂ ਸੋਲਿਊਸ਼ਨਸ ਬਣਾ ਸਕਦੇ ਹਾਂ। ਠੀਕ ਹੈ, ਮੇਜ਼ਰਿੰਗ ਫਲਾਸਕ ਆਪਾਂ ਸੋਲਿਊਸ਼ਨ ਬਣਾਉਣ ਦੇ ਲਈ ਆਪਾਂ ਉਹ ਯੂਜ਼ ਕਰਦੇ ਹਾਂ, ਮੇਜ਼ਰਿੰਗ ਫਲਾਸਕ ਜਾਂ ਵੋਲੀਮੈਟ੍ਰਿਕ ਫਲਾਸਕ। ਠੀਕ ਹੈ ਜੀ। ਨਾ ਅਗਰ ਆਪਾਂ ਕਿਸੇ ਗੈਸ ਦਾ ਵੋਲੀਅਮ ਨੋਟ ਕਰਨਾ ਹੈ, ਗੈਸ ਨੂੰ ਇੱਕ ਕੰਟੇਨਰ ਦੇ ਵਿੱਚ ਫਿਲ ਕਰਕੇ ਰੱਖ ਲਓ। ਹੁਣ ਗੈਸ ਜਿਹੜੀ ਹੈਗੀ, ਗੈਸ ਦੇ ਜਿਹੜੇ ਪਾਰਟੀਕਲਸ ਨੇ ਉਹ ਡਿਸਟਰੀਬਿਊਟ ਹੋ ਗਈ ਹਰ ਪਾਸੇ। ਠੀਕ ਹੈ, ਯੂਨੀਫਾਰਮਲੀ। ਇਟ ਮੀਨਸ ਜਿਹੜਾ ਗੈਸ ਦਾ ਵੋਲੀਅਮ ਹੈ ਉਹ ਵੋਲੀਅਮ ਆਫ ਕੰਟੇਨਰ ਹੈ। ਮੀਨਸ ਕੰਟੇਨਰ ਦਾ ਵੋਲੀਅਮ ਨੋਟ ਕਰ ਲਓ, ਉਹੀ ਗੈਸ ਦਾ ਵੋਲੀਅਮ ਹੈ। ਜਿਵੇਂ ਘਰਾਂ ਦੇ ਵਿੱਚ LPG ਗੈਸ ਦਾ ਸਿਲੰਡਰ ਹੁੰਦਾ, ਆਪਾਂ ਅਗਰ ਉਹ ਗੈਸ ਦਾ ਪੂਰਾ ਭਰ ਲਈਏ ਅਤੇ ਗੈਸ ਦਾ ਵੋਲੀਅਮ ਚੈੱਕ ਕਰਨਾ ਹੋਵੇ ਤਾਂ ਸਿਲੰਡਰ ਦਾ ਵੋਲੀਅਮ ਕੱਢ ਲਓ, ਉਹੀ ਗੈਸ ਦਾ ਵੋਲੀਅਮ ਹੋਏਗਾ। ਠੀਕ ਹੈ ਜੀ। ਤਾਂ ਇੱਦਾਂ ਸੋਲਿਡ, ਲਿਕੁਇਡ ਅਤੇ ਗੈਸ ਦਾ ਵੋਲੀਅਮ ਨੋਟ ਕੀਤਾ ਜਾਂਦਾ ਹੈ ਅਤੇ ਇਹਨਾਂ ਦੀਆਂ ਯੂਨਿਟਸ ਇੱਦਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਨਾਓ ਨੈਕਸਟ ਆ ਗਿਆ ਡੈਂਸਿਟੀ। ਫੋਰਥ ਇਜ਼ ਡੈਂਸਿਟੀ। ਡੈਂਸਿਟੀ ਕੀ ਹੁੰਦੀ ਹੈ, ਡੈਂਸਿਟੀ ਇਜ਼ ਮਾਸ ਪਰ ਯੂਨਿਟ ਵੋਲੀਅਮ। ਇੱਕ ਯੂਨਿਟ ਵੋਲੀਅਮ ਦਾ ਕਿੰਨਾ ਮਾਸ ਹੈ ਉਹਨੂੰ ਆਪਾਂ ਬੋਲ ਦਾਂਗੇ ਡੈਂਸਿਟੀ। ਜਿਵੇਂ ਆਪਾਂ ਆਇਰਨ ਲੈਤਾ, ਆਇਰਨ ਦਾ ਇੱਕ ਯੂਨਿਟ ਵੋਲੀਅਮ ਆਪਾਂ ਨੇ ਕੱਟ ਲਿਆ, ਉਹਦਾ weight ਨੋਟ ਕਰ ਲਿਆ, ਉਹਨੂੰ ਆਪਾਂ ਬੋਲਾਂਗੇ ਡੈਂਸਿਟੀ, ਮਾਸ ਪਰ ਯੂਨਿਟ ਵੋਲੀਅਮ। ਡੈਂਸਿਟੀ ਨੂੰ ਆਪਾਂ ਰੋ ਦੇ ਨਾਲ ਲਿਖਦੇ ਹਾਂ, ਰੋ ਇਜ਼ ਇਕੁਅਲ ਟੂ ਮਾਸ ਅਪੋਨ ਵੋਲੀਅਮ। ਇਹਦਾ ਮੈਥੇਮੈਟੀਕਲ ਫਾਰਮੂਲਾ ਬਣ ਗਿਆ। ਹੁਣ ਆਪਾਂ ਮਾਸ ਨੂੰ ਅਗਰ SI ਯੂਨਿਟ ਪ੍ਰੋਵਾਈਡ ਕਰਨੀ ਹੈ ਤਾਂ ਕਿਲੋਗ੍ਰਾਮ ਪ੍ਰੋਵਾਈਡ ਕਰਨੀ ਹੈ, ਮੀਟਰ ਕਿਊਬ ਪ੍ਰੋਵਾਈਡ ਕਰਨੀ ਹੈ ਵੋਲੀਅਮ ਨੂੰ, ਤਾਂ ਇਹਦੀ ਯੂਨਿਟ ਕੀ ਬਣ ਗਈ, ਕਿਲੋਗ੍ਰਾਮ ਪਰ ਮੀਟਰ ਕਿਊਬ। SI ਯੂਨਿਟ ਡੈਂਸਿਟੀ ਦੀ ਕੀ ਬਣ ਗਈ, ਕਿਲੋਗ੍ਰਾਮ ਮੀਟਰ ਕਿਊਬ। ਨਾਓ ਨੈਕਸਟ ਆ ਗਿਆ ਟੈਂਪਰੇਚਰ। ਬਹੁਤ ਹੀ ਇੰਪੋਰਟੈਂਟ ਹੈ ਟੈਂਪਰੇਚਰ। SI ਯੂਨਿਟ ਮੈਂ ਨਾਲ ਨਾਲ ਲਿਖਾ ਰਿਹਾ ਸਾਰਿਆਂ ਦੀਆਂ, ਆਪਾਂ ਜਿਹੜੀਆਂ ਵੀ ਯੂਜ਼ ਕਰਾਂਗੇ। ਅੱਗੇ ਆ ਗਿਆ ਟੈਂਪਰੇਚਰ। ਫਿਫਥ ਟੈਂਪਰੇਚਰ। ਟੈਂਪਰੇਚਰ ਕੀ ਹੁੰਦਾ, ਡਿਗਰੀ ਆਫ ਹੌਟਨੈਸ ਔਰ ਕੋਲਡਨੈਸ ਆਫ ਐਨੀ ਆਬਜੈਕਟ, ਆਫ ਐਨੀ ਸਬਸਟੈਂਸ ਲਿਖ ਦਿੰਦੇ ਹਾਂ। ਚਲੋ ਆਬਜੈਕਟ ਲਿਖ ਦਿੰਦੇ ਹਾਂ, ਇੱਕੋ ਗੱਲ ਹੈ। ਕਿਸੇ ਵੀ ਸਬਸਟੈਂਸ ਦੀ ਹੌਟਨੈਸ ਜਾਂ ਕੋਲਡਨੈਸ ਦੀ ਡਿਗਰੀ ਕਿੰਨੀ ਹੈ, ਕਿਉਂਕਿ ਡਿਗਰੀ ਦੇ ਵਿੱਚ ਆਪਾਂ ਮੇਜ਼ਰ ਕਰਦੇ ਹਾਂ। ਇਟ ਮੀਨਸ ਹੌਟਨੈਸ ਔਰ ਕੋਲਡਨੈਸ ਅਗਰ ਆਪਾਂ ਮੇਜ਼ਰ ਕਰਦੇ ਹਾਂ ਤਾਂ ਡਿਗਰੀ ਦੇ ਵਿੱਚ ਮੇਜ਼ਰ ਕਰਦੇ ਹਾਂ, ਤਾਂ ਉਹੀ ਡਿਗਰੀ ਨੂੰ ਆਪਾਂ ਨਾਮ ਦਿੱਤਾ ਟੈਂਪਰੇਚਰ। ਟੈਂਪਰੇਚਰ ਨੂੰ ਆਪਾਂ ਥਰਮੋਮੀਟਰ ਦੇ ਨਾਲ ਮੇਜ਼ਰ ਕਰਦੇ ਹਾਂ। ਟੈਂਪਰੇਚਰ ਇਜ਼ ਮੇਜ਼ਰਡ ਬਾਏ ਯੂਜ਼ਿੰਗ ਥਰਮੋਮੀਟਰ। ਥਰਮੋਮੀਟਰ ਦੇ ਵਿੱਚ ਆਪਾਂ ਮਰਕਰੀ ਯੂਜ਼ ਕਰਦੇ ਹਾਂ ਟੈਂਪਰੇਚਰ ਨੂੰ ਚੈੱਕ ਕਰਨ ਦੇ ਲਈ, ਐਕਸਪੈਂਸ਼ਨ ਨੂੰ ਚੈੱਕ ਕਰਨ ਦੇ ਲਈ ਮਰਕਰੀ ਯੂਜ਼ ਕੀਤਾ ਜਾਂਦਾ ਹੈ। ਕਿਉਂ, ਕਿਉਂਕਿ ਮਰਕਰੀ ਇੱਕ ਤਾਂ ਮੈਟਲ ਹੈ, ਇੱਕ ਇਹ ਲਿਕੁਇਡ ਸਟੇਟ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਰੂਮ ਟੈਂਪਰੇਚਰ 'ਤੇ। ਇਹੀ ਦੋ ਕਾਰਨ ਨੇ ਜਿਨ੍ਹਾਂ ਕਰਕੇ ਆਪਾਂ ਮਰਕਰੀ ਥਰਮੋਮੀਟਰ ਦੇ ਵਿੱਚ ਯੂਜ਼ ਕਰਦੇ ਹਾਂ। ਇੱਕ ਹੋਰ ਵੀ ਇਹਦਾ ਵੇ ਬਣ ਜਾਂਦਾ ਸਮਝਾਉਣ ਦਾ ਕਿ ਜਿਹੜਾ ਮਰਕਰੀ ਆ ਉਹ ਲੀਨੀਅਰਲੀ ਐਕਸਪੈਂਡ ਕਰਦਾ ਹੈ। ਅਗਰ ਆਪਾਂ ਇੱਥੇ ਮਰਕਰੀ ਰੱਖਿਆ, ਇਹਨੂੰ ਹੀਟ ਕਰਾਂਗੇ ਤਾਂ ਇਹ ਲੀਨੀਅਰਲੀ ਐਕਸਪੈਂਡ ਕਰੇਗਾ, ਪਾਸਿਆਂ ਨੂੰ ਨਹੀਂ ਜਾਏਗਾ। ਲੀਨੀਅਰਲੀ ਐਕਸਪੈਂਡ ਕਰਦਾ ਤਾਂ ਲੀਨੀਅਰਲੀ ਐਕਸਪੈਂਸ਼ਨ ਇਹਦੀ ਜ਼ਿਆਦਾ ਹੈ, ਤਾਂ ਕਰਕੇ ਜਿਹੜਾ ਹੈਗਾ ਇਹ ਯੂਜ਼ ਕੀਤਾ ਜਾਂਦਾ ਥਰਮੋਮੀਟਰ ਦੇ ਵਿੱਚ। ਹੁਣ ਇਹਦੀ SI ਯੂਨਿਟ ਕੀ ਹੈ ਥਰਮੋਮੀਟਰ ਦੀ, ਕੈਲਵਿਨ ਹੈ। ਕੈਲਵਿਨ ਨੂੰ K ਨਾਲ ਡਿਨੋਟ ਕੀਤਾ ਜਾਂਦਾ ਹੈ। ਠੀਕ ਹੈ, ਹੋਰ ਇਹਦੀਆਂ ਯੂਨਿਟਸ ਕੀ ਨੇ, ਡਿਗਰੀ ਸੈਲਸੀਅਸ, ਡਿਗਰੀ ਫਾਰਨਹਾਈਟ ਵੀ ਆਪਾਂ ਯੂਜ਼ ਕਰਦੇ ਹਾਂ। ਡਿਗਰੀ ਸੈਲਸੀਅਸ ਐਂਡ ਡਿਗਰੀ ਫਾਰਨਹਾਈਟ ਆਪਾਂ ਇਹ ਯੂਨਿਟਸ ਵੀ ਯੂਜ਼ ਕਰਦੇ ਹਾਂ। ਅਗਰ ਆਪਾਂ ਇਹਨਾਂ ਤਿੰਨਾਂ ਦਾ ਰਿਲੇਸ਼ਨ ਦੇਖਣਾ ਹੋਵੇ, ਜਿਵੇਂ ਤੁਸੀਂ ਕਹਿ ਦਿਓ ਕਿ ਆਪਾਂ ਕਨਵਰਟ ਕਰਨਾ ਜੀ ਡਿਗਰੀ ਸੈਲਸੀਅਸ ਨੂੰ
ਡਿਗਰੀ ਸੈਲਸੀਅਸ ਨੂੰ ਕੈਲਵਿਨ ਦੇ ਵਿੱਚ। ਕਈ ਵਾਰੀ ਨਾ ਤਾਂ ਡਿਗਰੀ ਕੈਲਵਿਨ ਦਿੱਤਾ ਹੁੰਦਾ, ਬਟ ਉਹ ਗਲਤ ਹੈ। ਕਦੀ ਵੀ ਕੈਲਵਿਨ ਦੇ ਵਿੱਚ ਇੱਥੇ ਉੱਪਰ ਡਿਗਰੀ ਨਹੀਂ ਦਿੱਤਾ, ਉਹ ਕੈਲਵਿਨ ਲੱਗ ਗਿਆ। ਠੀਕ ਹੈ, ਤਾਂ ਕੈਲਵਿਨ ਦੇ ਵਿੱਚ ਕਨਵਰਟ ਕਰਨਾ, ਡਿਗਰੀ ਸੈਲਸੀਅਸ ਦੇ ਵਿੱਚ 273.15 ਐਡ ਕਰ ਦਿਓ ਅਤੇ ਤੁਹਾਡਾ ਕੈਲਵਿਨ ਦੇ ਵਿੱਚ ਕਨਵਰਟ ਹੋ ਗਿਆ। ਅਗਰ ਉਲਟ ਕਰਨਾ ਹੈ, ਕੈਲਵਿਨ ਨੂੰ ਡਿਗਰੀ ਸੈਲਸੀਅਸ ਦੇ ਵਿੱਚ ਕਨਵਰਟ ਕਰਨਾ ਹੈ, ਤਾਂ ਕੀ ਕਰਨਾ ਤੁਸੀਂ, ਜਿਹੜਾ ਕੈਲਵਿਨ ਦੇ ਵਿੱਚ ਦਿੱਤਾ ਹੋਇਆ ਹੈ ਟੈਂਪਰੇਚਰ, ਉਹਦੇ ਵਿੱਚੋਂ ਇੰਨੀ ਵੈਲਿਊ 273.15 ਮਾਈਨਸ ਕਰ ਦਿਓ, ਤਾਂ ਆਪਣਾ ਕੀ ਆ ਜਾਏਗਾ, ਡਿਗਰੀ ਸੈਲਸੀਅਸ ਦੇ ਵਿੱਚ ਆ ਜਾਏਗਾ। ਸਿੰਪਲ ਜਿਹੇ ਫਾਰਮੂਲੇ ਨੇ, ਪਹਿਲਾਂ ਤੋਂ ਕਰਦੇ ਆ ਰਹੇ ਹੋ ਤੁਸੀਂ, ਦੁਬਾਰਾ ਸਮਝਾਉਣ ਦੀ ਤਾਂ ਲੋੜ ਨਹੀਂ। ਇੱਕ ਹੈਗਾ ਡਿਗਰੀ ਸੈਲਸੀਅਸ ਅਤੇ ਡਿਗਰੀ ਫਾਰਨਹਾਈਟ ਦਾ ਆਪਸ ਵਿੱਚ ਕੀ ਰਿਲੇਸ਼ਨ ਹੈ, ਤਾਂ ਡਿਗਰੀ ਫਾਰਨਹਾਈਟ ਇਜ਼ ਇਕੁਅਲ ਟੂ 9/5 ਡਿਗਰੀ ਸੈਲਸੀਅਸ ਪਲੱਸ 32। ਠੀਕ ਹੈ ਜੀ। ਅਗਰ ਤੁਸੀਂ ਡਿਗਰੀ ਸੈਲਸੀਅਸ ਨੂੰ ਫਾਰਨਹਾਈਟ ਦੇ ਵਿੱਚ ਕਨਵਰਟ ਕਰਨਾ, ਤਾਂ ਇੱਥੇ ਡਿਗਰੀ ਸੈਲਸੀਅਸ 'ਚ ਜਿੰਨਾ ਵੀ ਦਿੱਤਾ ਹੋਇਆ ਉਹ ਪੁੱਟ ਕਰ ਦਿਓ, ਤਾਂ ਡਿਗਰੀ ਫਾਰਨਹਾਈਟ ਦੇ ਵਿੱਚ ਤੁਹਾਡਾ ਆਨਸਰ ਆ ਜਾਏਗਾ। ਤਾਂ ਇਹ 2-3 ਫਾਰਮੂਲੇ ਨੇ ਜਿਨ੍ਹਾਂ ਦੇ ਬੇਸਿਸ 'ਤੇ ਨਿਊਮੈਰੀਕਲ ਆ ਸਕਦੇ ਆ, ਤਾਂ ਇਹ ਫਾਰਮੂਲਿਆਂ ਦੇ ਬੇਸਿਸ 'ਤੇ ਨਿਊਮੈਰੀਕਲ ਕਰਕੇ ਦੇਖਣੇ ਆ ਤੁਸੀਂ ਨਾ। ਅੱਗੇ ਅਗਰ ਆਪਾਂ ਦੇਖੀਏ ਫਰੀਜ਼ਿੰਗ ਪੁਆਇੰਟ ਆਫ ਵਾਟਰ, ਤਾਂ ਨਾਰਮਲੀ ਆਪਾਂ ਬੋਲਦੇ ਹਾਂ 0 ਡਿਗਰੀ ਸੈਲਸੀਅਸ। ਅਗਰ ਕੈਲਵਿਨ 'ਚ ਕਰਨਾ ਤਾਂ 273.15 ਕੈਲਵਿਨ। ਅਗਰ ਫਾਰਨਹਾਈਟ ਦੇ ਵਿੱਚ ਕਰਨਾ ਹੈ ਤਾਂ 32 ਡਿਗਰੀ ਫਾਰਨਹਾਈਟ। ਅਗਰ ਆਪਾਂ ਕਰਦੇ ਹਾਂ ਬੋਇਲਿੰਗ ਪੁਆਇੰਟ ਆਫ ਵਾਟਰ, ਬੋਇਲਿੰਗ ਪੁਆਇੰਟ ਆਫ ਵਾਟਰ ਕੀ ਆ ਜਾਏਗਾ 100 ਡਿਗਰੀ ਸੈਲਸੀਅਸ ਜਾਂ 373.15 ਕੈਲਵਿਨ, ਜਾਏਗਾ 212 ਡਿਗਰੀ ਫਾਰਨਹਾਈਟ, 212 ਡਿਗਰੀ ਫਾਰਨਹਾਈਟ। ਠੀਕ ਹੈ ਜੀ। ਤਾਂ ਇਹ ਕੁਛ ਆਪਣੇ ਕੋਲ ਫਿਜ਼ੀਕਲ ਕੁਆਂਟੀਟੀਜ਼ ਸੀਗੀਆਂ ਜਿਹੜੀਆਂ ਆਪਾਂ ਮੇਜ਼ਰ ਕਰਾਂਗੇ ਕਿਸੇ ਵੀ ਪ੍ਰੈਕਟੀਕਲ ਦੇ ਦੌਰਾਨ। ਕਿਹੜੀਆਂ ਨੇ, ਮਾਸ, ਵੇਟ, ਵੋਲੀਅਮ, ਡੈਂਸਿਟੀ, ਟੈਂਪਰੇਚਰ। ਤਾਂ ਇਹ ਕੁਛ ਕੁਆਂਟੀਟੀਜ਼ ਨੇ ਜਿਹੜੀਆਂ ਜ਼ਿਆਦਾ ਇੰਪੋਰਟੈਂਟ ਨੇ। ਅੱਗੇ ਕੁਆਂਟੀਟੀਜ਼ ਨੂੰ ਤਾਂ ਹੁਣ ਆਪਾਂ ਡਿਫਾਈਨ ਕਰ ਲਿਆ, ਅੱਗੇ ਆਪਾਂ ਅਗਲੇ ਲੈਕਚਰ ਦੇ ਵਿੱਚ ਡਿਫਾਈਨ ਕਰਾਂਗੇ ਜਿਹੜੀਆਂ ਇਹਦੀਆਂ ਯੂਨਿਟਸ ਨੇ। ਮੀਟਰ ਕੀ ਹੁੰਦਾ, ਕਿਲੋਗ੍ਰਾਮ ਕੀ ਹੁੰਦਾ, ਕੈਂਡਲਾ ਕੀ ਹੁੰਦਾ, ਠੀਕ ਹੈ, ਐਂਪੀਅਰ ਕੀ ਹੁੰਦਾ, ਇਹ ਸਾਰਾ ਕੁਝ ਆਪਾਂ ਡਿਫਾਈਨ ਕਰਾਂਗੇ ਅਗਲੇ ਲੈਕਚਰ ਦੇ ਵਿੱਚ। ਫਿਲਹਾਲ ਦੇ ਲਈ ਇੰਨੇ ਤੁਸੀਂ ਕਰੋ। ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਨੀਚੇ ਕਮੈਂਟ ਕਰ ਦਿਆ ਕਰੋ, ਕਿਸੇ ਵੀ ਟੌਪਿਕ 'ਚ ਹੁੰਦੀ ਹੈ ਕੋਈ ਵੀ ਪ੍ਰੋਬਲਮ, ਜਾਂ ਮੈਨੂੰ ਅਲੱਗ ਤੋਂ ਮੈਸੇਜ ਕਰਕੇ ਪੁੱਛ ਲਿਆ ਕਰੋ। ਠੀਕ ਹੈ ਜੀ, ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।